ਵੱਡੀ ਖਬਰ ਮੁੱਖ ਮੰਤਰੀ ਰੇਡ ਕਰਨ ਪਹੁੰਚੇ ਤੇ ਕਰੀਬ 3000 ਏਕੜ ਫਸਲ ਦੇ ਉੱਤੋਂ ਜ਼ਮੀਨ ਦੇ ਉੱਤੋਂ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ। ਦਿਨ ਦੀ ਵੱਡੀ ਖਬਰ ਹੈ, ਉਸ ਦੇ ਨਾਲ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਰਕਾਰ ਦੀ ਕਬਜ਼ਾ ਛੁਡਵਾਓ ਮੁਹਿੰਮ ਜਾਰੀ ਹੈ ਔਰ ਇਸ ਵਾਰ ਰੇਡ ਕਰਨ ਦੇ ਲਈ ਖੁਦ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਗਏ। ਸੀਐਮ ਮਾਨ ਨੇ ਪੰਚਾਇਤੀ ਜ਼ਮੀਨ ਤੋਂ ਇਹ ਕਬਜ਼ਾ ਛੁਡਵਾਇਆ। ਚੰਡੀਗੜ੍ਹ ਦੇ ਨੇੜੇ ਲੱਗਦੀ ਇਹ ਜ਼ਮੀਨ ਹੈ ਸ਼ਿਵਾਲਿਕ ਦੀਆਂ ਜੜ੍ਹਾਂ ਦੇ ਵਿੱਚ। ਖੁਦ ਸੀਐਮ ਇਸ ਦਾ ਜ਼ਿਕਰ ਕਰਦੇ ਹੋਏ ਨਜ਼ਰ ਆਏ ਨੇ। ਉਹਨਾਂ ਨੇ ਕਿਹਾ ਕਿ ਮੁੱਲਾਂਪੁਰ ਦੇ ਨੇੜੇ 2828 ਏਕੜ ਰਸੂਖਦਾਰਾਂ ਨੇ ਦੱਬੀ ਹੋਈ ਸੀ, ਜਿਸ ਨੂੰ ਛਡਵਾ ਲਿਆ ਗਿਆ। 300 ਕਰੋੜ ਦੇ ਕਰੀਬ ਇਹ ਸੀਐਮ ਦੇ ਵਰਡਸ ਨੇ ਕਿ 300 ਕਰੋੜ ਦੇ ਕਰੀਬ ਇਸ ਜ਼ਮੀਨ ਦੀ ਮੋਟੀ ਜੇਕਰ ਵੈਲਿਊ ਲਗਾਈ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ 2828 ਏਕੜ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ। 250 ਏਕੜ ਮੈਦਾਨੀ ਜ਼ਮੀਨ ਹੈ ਤੇ 2500 ਏਕੜ ਪਹਾੜੀ ਜ਼ਮੀਨ ਛੁਡਵਾਈ ਗਈ ਹੈ। ਸਿਮਰਨਜੀਤ ਸਿੰਘ ਮਾਨ ਦੇ ਬੇਟੇ ਤੋਂ ਬਹੁਤ ਸਾਰੇ ਰਸੂਖਦਾਰਾਂ ਦੇ ਨਾਮ ਇੱਕ ਇੱਕ ਕਰਕੇ ਤੁਹਾਨੂੰ ਦੱਸਾਂਗਾ। ਸ਼ੁਰੂਆਤ ਸੰਗਰੂਰ ਤੋਂ ਨਵੇਂ ਚੁਣੇ ਗਏ ਐਮਪੀ ਤੋਂ ਉਹਨਾਂ ਦੇ ਬੇਟੇ ਇਮਾਨ ਸਿੰਘ ਮਾਨ, ਉਹਨਾਂ ਤੋਂ 125 ਏਕੜ ਜ਼ਮੀਨ ਛੁਡਵਾਈ ਗਈ ਹੈ। ਸੀਐਮ ਤੇ ਜਦੋਂ ਉੱਥੇ ਖੇਤੀਬਾੜੀ ਮੰਤਰੀ ਪਹੁੰਚੇ ਹੋਏ ਸੀ, ਪੰਚਾਇਤ ਮੰਤਰੀ ਪਹੁੰਚੇ ਹੋਏ ਸੀ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਦੇ ਵੱਲੋਂ ਬਕਾਇਦਾ ਮੀਡੀਆ ਨੂੰ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ। 125 ਏਕੜ ਇਮਾਨ ਸਿੰਘ ਮਾਨ ਤੋਂ ਛੁਡਵਾਈ ਗਈ ਹੈ। ਸਿਮਰਨਜੀਤ ਸਿੰਘ ਮਾਨ ਦੀ ਬੇਟੀ ਅਤੇ ਦਾਮਾਦ ਤੋਂ 28 ਏਕੜ ਜ਼ਮੀਨ ਛੁਡਵਾਈ ਗਈ ਹੈ। ਗੁਰਪ੍ਰੀਤ ਕਾਂਗੜ ਸਾਬਕਾ ਕੈਬਨਿਟ ਮੰਤਰੀ ਨੇ ਪੰਜਾਬ ਦੇ, ਉਹਨਾਂ ਦੇ ਬੇਟੇ ਤੋਂ ਵੀ ਜ਼ਮੀਨ ਛੁਡਵਾਈ ਗਈ ਹੈ। ਦਾਅਵਾ ਕਰ ਰਹੇ ਨੇ ਪੰਚਾਇਤ ਮੰਤਰੀ ਇਸ ਸਮੇਂ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਦੇ ਉੱਤੋਂ ਨਾਜਾਇਜ਼ ਕਬਜ਼ੇ ਛਡਵਾਉਣ ਦੀ ਮੁਹਿੰਮ ਹੈ, ਉਸ ਦੇ ਤਹਿਤ ਹੁਣ ਤੱਕ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾ ਲਏ ਗਏ ਨੇ। ਮੁੱਖ ਮੰਤਰੀ ਨੇ ਦਾਅਵਾ ਇਹ ਵੀ ਕੀਤਾ ਕਿ ਇਹ ਕੋਈ ਗਰੀਬ ਲੋਕ ਨਹੀਂ ਜਿਨ੍ਹਾਂ ਨੇ ਕੋਈ ਕਬਜ਼ਾ ਕੀਤਾ ਹੋਇਆ ਸੀ, ਇਹ ਰਸੂਖਦਾਰ ਲੋਕ ਨੇ, ਇਹ ਧਨਾੜ ਲੋਕ ਨੇ ਜਿਨ੍ਹਾਂ ਨੇ ਇੱਥੇ ਕਬਜ਼ਾ ਕੀਤਾ ਹੋਇਆ ਸੀ। ਤਾਂ 2828 ਏਕੜ ਜ਼ਮੀਨ ਬਹੁਤ ਵੱਡੀ ਹੁੰਦੀ ਹੈ, ਬਹੁਤ ਵੱਡਾ ਰਕਬਾ ਹੁੰਦਾ ਹੈ, ਤਾਂ ਉਹ ਛਡਵਾਇਆ ਗਿਆ। ਜੰਗਲਾਤ ਦੀ ਇਹ ਪੂਰੀ ਜ਼ਮੀਨ ਤੇ ਜੋ ਜਾਣਕਾਰੀ ਹੈ ਕਿ ਕਰੀਬ 2500 ਏਕੜ ਜ਼ਮੀਨ ਤਾਂ ਪਹਾੜੀ ਹੈ, ਜਿੱਥੇ ਤੁਸੀਂ ਛੋਟੇ ਵੱਡੇ ਪਹਾੜ, ਕਿਉਂਕਿ ਬਿਲਕੁਲ ਸ਼ਿਵਾਲਿਕ ਦੀਆਂ ਪਹਾੜੀਆਂ ਇੱਥੋਂ ਸ਼ੁਰੂ ਹੋ ਜਾਂਦੀਆਂ ਨੇ। ਪੰਜਾਬ ਦਾ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਰੋਪੜ, ਮੋਹਾਲੀ ਦਾ ਇਹ ਪੂਰਾ ਇਲਾਕਾ ਬਿਲਕੁਲ ਨਾਲ ਜਿਹੜੀਆਂ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਜੜ੍ਹਾਂ ਜਿਹੜੀਆਂ ਪੰਜਾਬ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੈਗੀਆਂ ਨੇ, ਤਾਂ ਇਹ ਸ਼ਿਵਾਲਿਕ ਦੀਆਂ ਜੜ੍ਹਾਂ ਜਿਸ ਦਾ ਜ਼ਿਕਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਸਨ, ਉੱਥੇ ਖੁਦ ਅੱਜ ਪਹੁੰਚ ਗਏ ਔਰ ਮੀਡੀਆ ਦੀਆਂ ਟੀਮਾਂ ਵੀ ਉੱਥੇ ਪਹੁੰਚ ਗਈਆਂ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਜਿਹੜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ, ਉਹਨਾਂ ਦੇ ਵੱਲੋਂ ਇਹ ਪੂਰੀ ਰੇਡ ਕੀਤੀ ਗਈ ਔਰ 2828 ਏਕੜ ਜ਼ਮੀਨ ਤੋਂ ਕਬਜ਼ਾ ਛਡਵਾਇਆ ਗਿਆ। ਮੁੱਲਾਂਪੁਰ ਨੇੜੇ, ਚੰਡੀਗੜ੍ਹ ਦੇ ਨੇੜੇ, ਅਸੀਂ ਤੁਹਾਨੂੰ ਦੱਸ ਰਹੇ ਹਾਂ ਚੰਡੀਗੜ੍ਹ ਤੋਂ ਕੁਝ ਕਿਲੋਮੀਟਰ ਦੂਰ ਹੈ ਜਿੱਥੇ ਪੂਰਾ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ। ਚੰਡੀਗੜ੍ਹ ਦੇ ਨੇੜੇ ਜ਼ਮੀਨ ਦੇ ਭਾਅ ਕੀ ਨੇ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਚੰਡੀਗੜ੍ਹ ਦੇ ਨੇੜੇ ਤਾਂ ਕਹਿੰਦੇ ਆ ਕਿ ਰੇਟਾਂ ਨੂੰ ਅੱਗ ਲੱਗੀ ਹੋਈ ਹੈ, ਇਸ ਤਰੀਕੇ ਨਾਲ ਕਹਿੰਦੇ ਨੇ ਲੋਕ ਕਿ ਇੰਨੀ ਮਹਿੰਗੀਆਂ ਉੱਥੇ ਜ਼ਮੀਨਾਂ ਨੇ। ਤੇ ਇਸ ਵਿਚਾਲੇ ਕਬਜ਼ਾ ਕੀਤਾ ਹੋਇਆ ਸੀ, ਕੋਈ 50 ਏਕੜ, ਕੋਈ 125 ਏਕੜ, ਕਿਸੇ ਦੇ ਕੋਲ ਕਿੰਨੀ, ਕਿਸੇ ਦੇ ਕੋਲ 1100 ਏਕੜ। ਜਾਣਕਾਰੀ ਜੋ ਦਿੱਤੀ ਗਈ ਟੋਟਲ 2828 ਏਕੜ ਜ਼ਮੀਨ ਸੀ ਜਿਸ ਦੇ ਉੱਤੋਂ ਕਬਜ਼ਾ ਛੁਡਵਾ ਲਿਆ ਗਿਆ। ਹੁਣ ਇਹ ਜ਼ਮੀਨ ਪੰਚਾਇਤ ਦੇ ਹਵਾਲੇ ਹੋਏਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਖਜ਼ਾਨੇ ਦੇ ਵਿੱਚ ਆਏਗਾ ਪੈਸਾ। ਤਾਂ ਹੁਣ ਇਸ ਜਿਹੜੀ ਜ਼ਮੀਨ ਛੁਡਵਾਈ ਗਈ ਹੈ, ਇਸ ਦੇ ਨਾਲ ਕਿਵੇਂ ਖਜ਼ਾਨੇ ਨੂੰ ਫਾਇਦਾ ਹੋਏਗਾ, ਉਹ ਇੱਕ ਵੱਡਾ ਸਵਾਲ ਜ਼ਰੂਰ ਹੈ। ਪਰ ਜੇ ਪੰਜਾਬ ਸਰਕਾਰ ਦੀ ਜ਼ਮੀਨ ਹੈ ਤਾਂ ਪੰਜਾਬ ਦੇ ਲੋਕਾਂ ਦੀ ਜ਼ਮੀਨ ਹੈ ਔਰ ਇਹ ਕਿਸੇ ਇੱਕ ਰਸੂਖਦਾਰ ਦੇ ਕਬਜ਼ੇ ਦੇ ਵਿੱਚ ਤਾਂ ਨਹੀਂ ਰਹਿ ਸਕਦੀ। ਤਾਂ ਉਹਨਾਂ ਤੋਂ ਕਬਜ਼ਾ ਛੁਡਵਾਇਆ ਗਿਆ। ਉੱਥੇ ਵੱਡੇ ਅਧਿਕਾਰੀ ਜਿਹੜੇ ਪੂਰੇ ਇਲਾਕੇ ਦੇ ਉਹ ਵੀ ਪਹੁੰਚੇ ਹੋਏ ਸੀ। ਮੁੱਖ ਮੰਤਰੀ ਭਗਵੰਤ ਮਾਨ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ। ਮੁੱਲਾਂਪੁਰ ਮੋਹਾਲੀ ਦੀਆਂ ਇਹ ਤਸਵੀਰਾਂ, ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਇਲਾਕਾ ਹੈ ਔਰ ਇੱਥੇ ਰਸੂਖਦਾਰ ਜਿਹੜੇ ਹੈਗੇ ਨੇ ਉਹਨਾਂ ਨੇ ਕਬਜ਼ੇ ਕਰਕੇ ਇਹ ਵੀ ਕਿਹਾ ਜਾ ਰਿਹਾ ਕਿ ਕੁਝ ਨੇ ਤਾਂ ਉੱਥੇ ਕੁਝ ਜਿਵੇਂ ਫਾਰਮ ਹਾਊਸ ਬਣਾ ਲਏ ਹੁੰਦੇ ਨੇ ਉਸ ਤਰੀਕੇ ਨਾਲ ਕੀਤਾ ਹੋਇਆ ਸੀ ਕਿ ਛੁੱਟੀਆਂ ਬਿਤਾਉਣ ਉੱਥੇ ਚਲੇ ਗਏ। ਇਹ ਕੁਝ ਥਾਵਾਂ ਤੇ ਪਹਿਲਾਂ ਵੀ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਕਈਆਂ ਨੇ ਇੱਥੇ ਕਰੀਬ 125 ਏਕੜ ਦੇ ਉੱਤੇ ਤਾਂ ਇਮਾਨ ਸਿੰਘ ਮਾਨ, ਜੋ ਇਲਜ਼ਾਮ ਨੇ ਕਿ ਇਮਾਨ ਸਿੰਘ ਮਾਨ ਤੋਂ ਛੁਡਵਾਈ ਗਈ ਆ, ਉਹ 125 ਏਕੜ ਜ਼ਮੀਨ। ਉਧਰ ਗੁਰਪ੍ਰੀਤ ਕਾਂਗੜ ਸਾਬਕਾ ਮੰਤਰੀ ਨੇ, ਉਹਨਾਂ ਦੇ ਬੇਟੇ ਤੋਂ ਵੀ ਜ਼ਮੀਨ ਛੁਡਵਾਈ ਗਈ ਹੈ। ਤਾਂ 2828 ਏਕੜ ਟੋਟਲ ਜ਼ਮੀਨ ਦਾ ਇਸ ਸਮੇਂ ਜ਼ਿਕਰ ਕੀਤਾ ਜਾ ਰਿਹਾ ਹੈ ਔਰ ਕਈ ਰਸੂਖਦਾਰਾਂ ਦੇ ਕੋਲ ਇਹ ਜ਼ਮੀਨ ਸੀ ਤੇ ਹੁਣ ਵਾਪਸ ਪੰਚਾਇਤ ਵਿਭਾਗ ਦੇ ਕੋਲ ਚਲੀ ਜਾਏਗੀ। ਤੇ ਹੁਣ ਇਸ ਦੇ ਉੱਤੇ ਕੀ ਕੁਝ ਅੱਗੇ ਸਰਕਾਰ ਕਰਦੀ ਹੈ ਉਸ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਰਹਿਣਗੀਆਂ ਕਿ ਪੰਚਾਇਤ ਵਿਭਾਗ ਇਸ ਜ਼ਮੀਨ ਦੇ ਉੱਤੇ ਅੱਗੇ ਕੀ ਪ੍ਰੋਜੈਕਟ ਲੈ ਕੇ ਆਉਂਦਾ। ਪ੍ਰੋਜੈਕਟ ਤੋਂ ਇਹ ਵੀ ਮਤਲਬ ਹੈ ਕਿ ਕਈ ਵਾਰ ਜ਼ਮੀਨਾਂ ਜਿਹੜੀਆਂ ਨੇ ਉਹ ਠੇਕੇ ਤੇ ਦਿੱਤੀਆਂ ਜਾਂਦੀਆਂ ਨੇ, ਜਿਹੜੀਆਂ ਪਹਾੜੀ ਨੇ, 2500 ਏਕੜ ਤਾਂ ਪਹਾੜੀ ਇਲਾਕਾ ਹੈ, ਤਾਂ ਉੱਥੇ ਰੁੱਖ ਲਗਾਉਣ ਦੀ ਮੁਹਿੰਮ ਵੀ ਹੋ ਸਕਦਾ ਹੈ। ਕਿਉਂਕਿ ਇੱਕ ਵੱਡਾ ਇਸ ਸਮੇਂ ਚੈਲੰਜ ਸਭ ਦੇ ਸਾਹਮਣੇ ਇਹ ਹੈ ਕਿ ਚੌਗਿਰਦੇ ਨੂੰ ਕਿਵੇਂ ਸੰਭਾਲਿਆ ਜਾਵੇ। ਜੇ ਗੱਡੀਆਂ ਦੀ ਆਵਾਜਾਈ ਲਗਾਤਾਰ ਵੱਧ ਰਹੀ ਹੈ, ਪੋਲਿਊਸ਼ਨ ਲਗਾਤਾਰ ਵੱਧ ਰਿਹਾ, ਤਾਂ ਉਹਦਾ ਇੱਕ ਸਿੱਧਾ ਤੇ ਸਿੰਪਲ ਤਾਂ ਇਹੀ ਤਰੀਕਾ ਉਸ ਨੂੰ ਘਟਾਉਣ ਦਾ ਕਿ ਜਿੰਨੇ ਜ਼ਿਆਦਾ ਪੇੜ ਹੋਣਗੇ, ਜੰਗਲ ਹੋਏਗਾ, ਹਰਿਆਲੀ ਹੋਏਗੀ, ਉਹਨਾਂ ਲੋਕਾਂ ਨੂੰ ਸਾਹ ਲੈਣਾ ਸੌਖਾ ਹੋਏਗਾ।
ਤਾਂ ਪੰਜਾਬ ਦੇ ਵਿੱਚ ਵੈਸੇ ਵੀ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਜਿਹੜਾ ਜੰਗਲਾਤ ਦੀ ਜ਼ਮੀਨ ਆ ਉਹ ਬਹੁਤ ਘੱਟ ਹੈ, ਕਰੀਬ 3.5 ਪੌਣੇ 4% ਹੈ, ਜੋ ਕਿ ਬਹੁਤ ਘੱਟ ਹੈ ਇੱਕ ਵਧੀਆ ਜਿਹੜੀ ਜ਼ਮੀਨ ਦੀ ਜੰਗਲਾਤ ਵਾਲੀ ਹੋਣ ਦੀ ਤਾਦਾਦ ਦੇ। ਕਿਉਂਕਿ ਇੱਕ ਸਰਵੇ ਮੁਤਾਬਿਕ ਕਿ ਜੇਕਰ ਸੂਬੇ ਦੇ ਵਿੱਚ ਹਰਿਆਲੀ ਨੂੰ ਕੋਈ ਪੈਮਾਨਾ ਦਿੱਤਾ ਜਾਂਦਾ ਤਾਂ ਫਿਰ ਕਿਹਾ ਜਾਂਦਾ ਕਿ ਸੂਬੇ ਦਾ ਖੇਤਰਫਲ ਦਾ ਜਿੰਨਾ ਹਿੱਸਾ ਉਸ ਦੇ ਵਿੱਚੋਂ 30% ਤੋਂ ਜ਼ਿਆਦਾ ਕਰੀਬ 33% ਤੱਕ ਹਰਿਆਲੀ ਹੋਣੀ ਚਾਹੀਦੀ ਹੈ, ਯਾਨੀ ਕਿ ਜੰਗਲਾਤ ਦਾ ਇਲਾਕਾ ਹੋਣਾ ਚਾਹੀਦਾ ਜਿੱਥੇ ਜੰਗਲ ਹੋਣ, ਸੰਘਣੇ ਜੰਗਲ ਹੋਣ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੇੜ ਲੱਗੇ ਹੋਣ। ਤਾਂ ਪੰਜਾਬ ਦੇ ਵਿੱਚ ਤਾਂ ਉਹ 33% ਹੋਣਾ ਚਾਹੀਦਾ ਹੈ, ਪਰ ਉਹ ਹੈ ਸਿਰਫ 3.5%, 3.67%, 3.67% ਜਿਹੜੀ ਪੰਜਾਬ ਦੇ ਵਿੱਚ ਉਹ ਜੰਗਲਾਤ ਦੀ ਜ਼ਮੀਨ ਹੈ। ਤਾਂ ਇਹ 2500 ਏਕੜ ਉਸ ਵਾਲੇ ਪਾਸੇ ਨੂੰ ਵੀ ਲਗਾਈ ਜਾ ਸਕਦੀ ਹੈ ਕਿ ਵੱਡੀ ਗਿਣਤੀ 'ਚ ਇੱਥੇ ਰੁੱਖ ਲਗਾਏ ਜਾਣ ਤਾਂ ਕਿ ਚੰਡੀਗੜ੍ਹ ਮੋਹਾਲੀ ਦੇ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਉਹਨਾਂ ਨੂੰ ਆਕਸੀਜਨ ਹੋਰ ਵਧੀਆ ਮਿਲ ਸਕੇ। ਜੇ ਇਹ 10 ਕਿਲੋਮੀਟਰ ਦੂਰ ਵੀ ਜੰਗਲ ਲੱਗਿਆ ਹੋਏਗਾ ਤਾਂ ਲਾਜ਼ਮੀ ਤੌਰ ਤੇ ਉਸ ਦਾ ਅਸਰ ਵੱਡੀ ਆਬਾਦੀ ਨੂੰ ਪਹੁੰਚੇਗਾ, ਦੂਰ ਦੂਰ ਤੱਕ ਪਹੁੰਚੇਗਾ, ਕਿਉਂਕਿ ਜੇ ਉੱਥੇ ਰੁੱਖ ਜੰਗਲ ਲੱਗੇ ਹੋਏ ਨੇ ਤਾਂ ਇੱਕ ਤਰੀਕੇ ਨਾਲ ਫਿਰ ਫੇਫੜਿਆਂ ਵਾਲਾ ਕੰਮ ਕਰਦੀ ਹੈ। ਖੈਰ ਵੱਡੀ ਖਬਰ ਜਦਿੰਦੀ ਹੈ ਕਿਉਂਕਿ ਹੁਣ ਤੱਕ ਆਫੀਸਰ ਪਹੁੰਚਦੇ ਨੇ, ਟੀਮਾਂ ਬਣਾ ਕੇ ਪਹੁੰਚਦੇ ਨੇ, ਕੈਬਨਿਟ ਮੰਤਰੀ ਪਹੁੰਚ ਰਹੇ ਸੀ, ਵਿਧਾਇਕ ਪਹੁੰਚਦੇ ਨੇ ਰੇਡਾਂ ਕਰਨ, ਪਰ ਹੁਣ ਸੀਐਮ ਪਹੁੰਚ ਗਏ, ਭਗਵੰਤ ਮਾਨ ਪਹੁੰਚ ਗਏ ਇਸ ਜ਼ਮੀਨਾਂ ਦੇ ਉੱਤੋਂ ਕਬਜ਼ੇ ਛਡਵਾਉਣ ਦੇ ਲਈ। ਸੁਣਵਾਉਂਦੇ ਹਾਂ ਕੀ ਕੁਝ ਕਿਹਾ ਸੀਐਮ ਨੇ। ਪੈਸਾ ਕਿੱਥੋਂ ਆਊਗਾ, ਫਲਾਨੀ ਸਕੀਮ ਵਾਸਤੇ ਪੈਸਾ ਕਿੱਥੋਂ ਆਊਗਾ? ਮੈਂ ਉਹਨਾਂ ਨੂੰ ਕਹਿੰਦਾ ਸੀ ਪੈਸਾ ਇੱਥੇ ਪਿਆ ਬਸ ਲੱਭਣ ਵਾਲਾ। ਮੈਂ ਉਹਨਾਂ ਨੂੰ ਇਹ ਵੀ ਕਹਿੰਦਾ ਸੀ ਪੈਸਾ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ 'ਚ ਪਿਆ, ਬਹੁਤ ਪੈਸਾ। ਤੇ ਆਪਾਂ ਇਸ ਵਕਤ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ 'ਚ ਬੈਠੇ ਆ। ਇਹ ਜੜ੍ਹਾਂ ਬਹੁਤ ਡੂੰਘੀਆਂ ਨੇ, ਇਹਦੇ ਤਣੇ ਇੱਧਰ ਵੀ ਜਾਂਦੇ ਆ, ਇੱਧਰ ਵੀ ਜਾਂਦੇ ਆ, ਉਹ ਵੀ ਲੱਭਾਂਗੇ। ਅੱਜ ਇੱਥੇ ਪੰਚਾਇਤ ਦੀ ਜ਼ਮੀਨ ਜਿਹੜੀ ਆਪਣੇ ਨਾਂ ਕਰਵਾ ਲਈ ਗਈ ਰਸੂਖਦਾਰ ਬੰਦਿਆਂ ਨੇ, ਕੋਰਟ ਦਾ ਜਿਹੜਾ ਫੈਸਲਾ ਹੈ ਉਹ ਸਰਕਾਰ ਦੇ ਹੱਕ 'ਚ ਹੈ। ਸਾਡੇ ਅਫਸਰ ਸਾਹਿਬਾਨ, ਡੀਸੀ ਸਾਹਿਬਾਨ, BDO ਸਾਹਿਬਾ, ਇਸ ਤੋਂ ਇਲਾਵਾ ਤਹਿਸੀਲਦਾਰ ਸਾਹਿਬਾਨ, ਸਾਰਿਆਂ ਨੇ ਕਾਗਜ਼ਾਤ ਕੱਢੇ, ਬੜੀ ਮਿਹਨਤ ਕੀਤੀ, ਬਿਨਾਂ ਕਿਸੇ ਲੜਾਈ ਝਗੜੇ ਤੋਂ। ਅੱਜ ਇੱਥੇ 2828 ਏਕੜ 2828 ਏਕੜ ਜ਼ਮੀਨ ਜਿਹੜੀ ਹੈ ਪੰਚਾਇਤ ਦੀ ਦੱਬੀ ਹੋਈ ਵੱਖ-ਵੱਖ ਰਸੂਖਦਾਰਾਂ ਵੱਲੋਂ ਉਹ ਛੁਡਵਾਈ ਗਈ ਹੈ। ਇਮਾਨ ਸਿੰਘ ਪੁੱਤਰ ਸਿਮਰਜੀਤ ਸਿੰਘ ਮਾਨ ਜਿਹੜੇ ਸਾਡੇ ਲੋਕ ਸਭਾ ਦੇ ਮੈਂਬਰ ਨੇ ਸੰਗਰੂਰ ਤੋਂ, ਜਿਹੜੇ ਮਤਲਬ ਬੜਾ ਪ੍ਰਚਾਰ ਕਰਦੇ ਆ ਸਿੱਖੀਜ਼ਮ ਦਾ ਵੱਖਰਾ, ਔਰ ਅੱਜ ਉਹਨਾਂ ਦੇ ਬੇਟੇ ਦੇ ਨਾਂ 125 ਏਕੜ ਜਿਹੜੀ ਜ਼ਮੀਨ ਉਹ ਨਿਕਲੀ ਹੈ। ਅਕਲ ਧਮਨ ਪੁੱਤਰ ਪ੍ਰਮੋਦ ਧਮਨ ਮਾਨ, ਧਮਨ ਮੈਸੇਜ ਗੁਰੂ ਨਾਨਕ ਦੇਵ ਐਜੂਕੇਸ਼ਨ ਐਂਡ ਚੈਰੀਟੇਬਲ ਸੁਸਾਇਟੀ, 103 ਏਕੜ ਇਹਨਾਂ ਦੇ ਨਾਂ ਜ਼ਮੀਨ ਜਿਹੜੀ ਨਿਕਲੀ ਹੈ। ਅੱਗੇ ਫੇਰ ਸੁਣਿਓ, ਪ੍ਰਭਦੀਪ ਸਿੰਘ ਸੰਧੂ ਪੁੱਤਰ ਗੁਰਦੀਪ ਸਿੰਘ ਸੰਧੂ ਅਤੇ ਗੋਬਿੰਦ ਸਿੰਘ ਸੰਧੂ ਪੁੱਤਰ ਪ੍ਰਭਦੀਪ ਸਿੰਘ ਸੰਧੂ, ਨਾਨਕੀ ਕੋਰ, ਇਹ ਪੁੱਤਰੀ ਸਿਮਰਜੀਤ ਸਿੰਘ ਮਾਨ ਦੇ ਧੀ ਜਵਾਈ ਨੇ। 28 ਏਕੜ ਉਹਨਾਂ ਕੋ ਨਿਕਲੀ ਹੈ, ਮਤਲਬ ਮਾਨ ਸਾਹਿਬ ਦੇ ਧੀ ਜਵਾਈ ਕੋ ਵੀ ਉਹਨਾਂ ਦੇ ਪੁੱਤਰ ਕੋ, ਦੋਵਾਂ ਨੇ ਇੱਥੇ ਜ਼ਮੀਨ ਜਿਹੜੀ ਦੱਬੀ ਸੀਗੀ। ਤਾਂ ਇਮਾਨ ਸਿੰਘ ਮਾਨ ਦਾ ਜ਼ਿਕਰ ਕੀਤਾ ਗਿਆ। ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ MP ਨੇ, ਉਹਨਾਂ ਦੇ ਬੇਟੇ ਕੋਲ 125 ਏਕੜ ਜ਼ਮੀਨ ਸੀ, ਉਸ ਦੇ ਉੱਤੇ ਵੀ ਕਬਜ਼ਾ ਛੁਡਵਾਇਆ ਗਿਆ ਹੈ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਗਰਾਊਂਡ ਜ਼ੀਰੋ ਦੇ ਉੱਤੇ। ਇਸ ਸਮੇਂ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਸਾਡੇ ਨਾਲ ਜੁੜ ਰਹੇ ਨੇ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਰੇਡ ਕਰਨ ਪਹੁੰਚੇ ਸੀ, ਉਸ ਥਾਂ ਦੇ ਉੱਤੇ ਨਿਊਜ਼ 18 ਦੀਆਂ ਟੀਮਾਂ ਇਸ ਸਮੇਂ ਮੌਜੂਦ ਨੇ। ਸਿੱਧਾ ਰੁਕ ਕਰਦੇ ਹਾਂ ਉਮੇਸ਼ ਦਾ। ਉਮੇਸ਼, ਸਮਝਣਾ ਚਾਹਾਂਗੇ ਇਸ ਜ਼ਮੀਨ ਦੇ ਬਾਰੇ, ਕਬਜ਼ਾ ਛੁਡਵਾਇਆ ਗਿਆ ਹੈ, ਲੋਕ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਕਿਵੇਂ ਕਬਜ਼ਾ ਕੀਤਾ ਹੋਇਆ ਸੀ, ਕਿਵੇਂ ਛੁਡਵਾਇਆ ਗਿਆ, ਤੇ ਜੇਕਰ ਪੂਰੀ ਸਥਿਤੀ ਸਮਝਾ ਸਕੋ ਤਸਵੀਰਾਂ ਦੇ ਜ਼ਰੀਏ ਜਿੱਥੇ ਮੁੱਖ ਮੰਤਰੀ ਪਹੁੰਚੇ ਹੋਏ ਸੀ ਰੇਡ ਕਰਨ ਦੇ ਲਈ। ਬਿਲਕੁਲ, ਕਿਉਂਕਿ ਇਸ ਚੀਜ਼ ਸਮਝਣ ਦੀ ਹੈ ਔਰ ਜਿਸ ਹਿਸਾਬ ਨਾਲ ਜ਼ਿਕਰ ਕੀਤਾ ਗਿਆ ਕਿ 2828 ਏਕੜ ਪੂਰੀ ਜਿਹੜੀ ਜਗ੍ਹਾ ਉਹ ਛੁਡਵਾਈ ਗਈ ਹੈ। ਮਾਮਲਾ ਪੰਚਾਇਤ ਵਿਭਾਗ ਤੇ ਜਿਨ੍ਹਾਂ ਨੇ ਕਬਜ਼ਾ ਕੀਤਾ ਤੇ ਉਹਨਾਂ ਦੇ ਦਰਮਿਆਨ ਚੱਲਦਾ ਪਿਆ ਸੀਗਾ। ਇਹ ਮੈਂ ਤੁਹਾਨੂੰ ਕਲੀਅਰ ਕਰਦਾ ਔਰ ਤਸਵੀਰ ਮੈਂ ਤੁਹਾਨੂੰ ਦਿਖਾ ਦੇਣਾ। ਪਹਿਲਾਂ ਜਿਹੜੀ ਤੁਸੀਂ ਤਸਵੀਰ ਪਿੱਛੇ ਦੇਖ ਰਹੇ ਹੋ ਔਰ ਪੂਰਾ ਜੇ ਇੱਕ ਜੰਗਲ ਜਿਹਾ ਦੇਖ ਰਹੇ ਹੋ ਔਰ ਉਸ ਤੇ ਉੱਪਰ ਦੀ ਜਿਹੜੀ ਗੱਲ ਕਰੀਏ ਉਹ ਜਗ੍ਹਾ ਦੇਖ ਰਹੇ ਹੋ, ਇਹ ਸਾਰੀ ਉਹ ਜ਼ਮੀਨ ਹੈ ਜਿੱਥੇ ਅੱਜ ਖੁਦ CM ਭਗਵੰਤ ਮਾਨ ਤੇ ਮੰਤਰੀ ਕੁਲਦੀਪ ਧਾਲੀਵਾਲ ਤੇ ਪੂਰਾ ਮਹਿਕਮਾ ਪੰਚਾਇਤ ਡਿਪਾਰਟਮੈਂਟ ਦੇ ਅਫਸਰ, ਇਹ तमाम ਜਿਹੜੇ ਦਲ ਬਲ ਦੇ ਨਾਲ ਅੱਜ, ਕਿਉਂਕਿ ਕਦੇ ਗੌਰਵ ਆਪਾਂ ਜਾਂ ਤੁਸੀਂ ਦੇਖਿਆ ਨਹੀਂ ਹੋਣਾ ਕਿ ਇਦਾਂ ਜੰਗਲਾਂ 'ਚ ਪ੍ਰੋਪਰ ਇੱਕ ਟਿੱਲੇ ਤੇ ਕੋਲ ਬੈਠ ਕੇ ਇੱਕ
ਕਿਸੇ ਸੂਬੇ ਦਾ ਸੀਐਮ ਜਾ ਕੇ ਔਰ ਜ਼ਮੀਨ ਛੁਡਵਾਉਣ ਦੀ ਪ੍ਰੈਸ ਕਾਨਫਰੰਸ ਹੋਏ, ਇਹ ਆਪਣੇ ਆਪ ਵਿੱਚ ਵੱਖਰਾ ਚੀਜ਼ ਹੈ। ਔਰ ਜਦੋਂ ਭਗਵੰਤ ਮਾਨ ਕਹਿ ਰਹੇ ਸੀਗੇ ਕਿ ਸ਼ਿਵਾਲਿਕ ਦੀ ਪਹਾੜੀਆਂ ਵਿੱਚੋਂ ਪੈਸਾ ਦੱਬਿਆ ਹੋਇਆ, ਉਹ ਕਿਤੇ ਨਾ ਕਿਤੇ ਬੈਠ ਕੇ ਉਹ ਸ਼ਿਵਾਲਿਕ ਪਹਾੜੀਆਂ ਦੀ ਗੱਲ ਉਹ ਜਿਹੜੀ ਅੱਜ ਸਾਹਮਣੇ ਆਈ ਹੈ। ਇਹ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ, ਇਹ ਉਸੇ ਹਿੱਸਾ ਉਹੀ ਜਗ੍ਹਾ ਹੈ ਜਿੱਥੇ ਹੁਣੇ ਕੁਝ ਦੇਰ ਪਹਿਲਾਂ ਹੀ ਸੀਐਮ ਭਗਵੰਤ ਮਾਨ ਹੋਣੀ ਆ ਕੇ ਕਬਜ਼ਾ ਛੁਡਵਾ ਕੇ ਪ੍ਰੋਪਰ ਪੰਚਾਇਤ ਦੀ ਲੈਂਡ ਹੁਣ ਇਹ ਜ਼ਮੀਨ ਹੋ ਗਈ ਹੈ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਣਾ, ਮੈਂ ਇਸ ਤੋਂ ਬਿਲਕੁਲ ਆਪੋਜ਼ਿਟ ਇੱਕ ਤੁਹਾਨੂੰ ਤਸਵੀਰ ਦਿਖਾਉਣ ਲੱਗਿਆ। ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਕਿ ਥੋੜੀ ਜੀ ਕੈਮਰੇ ਨੂੰ ਘੁਮਾ ਕੇ ਇੱਕ ਬਿਲਡਿੰਗ ਆ ਮੈਂ ਤੁਹਾਨੂੰ ਦਿਖਾਣਾ। ਗੌਰਵ, ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਜਾਂ ਬੜੇ ਫਲੈਟ ਜਾਂ ਬੜੇ ਜਿਹੜੇ ਤੁਸੀਂ ਇਹ ਦੇਖ ਰਹੇ ਹੋ, ਇਹ ਹੈ ਨਿਊ ਚੰਡੀਗੜ੍ਹ, ਯਾਨੀ ਕਿ ਜਿਹੜੀ ਜ਼ਮੀਨ ਹੈ ਉਹ ਬਿਲਕੁਲ ਨਿਊ ਚੰਡੀਗੜ੍ਹ ਦੇ ਨਾਲ ਲੱਗਦੀ ਹੈ, ਨਾਲ ਵਾਲੇ ਪਿੰਡ ਦੀ ਲੱਗਦੀ ਹੈ। ਇਹ ਵੀ ਤਸਵੀਰ ਇਸ ਕਰਕੇ ਮੈਂ ਦਿਖਾ ਰਿਹਾ ਸਮਝਾਉਣ ਦੀ, ਜਿਹੜੀ ਤੁਸੀਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਦਰਸ਼ਕਾਂ ਨੂੰ ਸਮਝਾ ਰਹੇ ਹਾਂ। ਇਹ ਜਿਹੜੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਬੜੇ ਜਾਂ ਓਮੈਕਸ ਦੇ ਬੜੇ ਇੱਥੇ ਟਾਵਰਸ ਨੇ, ਇਸ ਤੋਂ ਬਾਅਦ ਹੋਰ ਕਈ ਸੁਸਾਇਟੀਆਂ ਨੇ, ਔਰ ਪੂਰਾ ਇੱਕ ਨਿਊ ਚੰਡੀਗੜ੍ਹ ਜਿਹਨੂੰ ਨਾਂ ਦਿੱਤਾ ਗਿਆ ਸੀ ਕਿ ਨਿਊ ਚੰਡੀਗੜ੍ਹ ਯਾਨੀ ਕਿ ਨਵਾਂ ਚੰਡੀਗੜ੍ਹ, ਉਹ ਹਿੱਸਾ ਹੈ, ਯਾਨੀ ਕਿ ਬਿਲਕੁਲ ਨਜ਼ਦੀਕ ਹੈ ਜ਼ਮੀਨ। 2828 ਏਕੜ ਇਹ ਜ਼ਮੀਨ ਜਿਹੜੀ ਛੁਡਵਾਈ ਗਈ। ਮਾਰਕੀਟ ਵੈਲਿਊ ਦੀ ਆਪਾਂ ਜੇ ਗੱਲ ਕਰੀਏ ਤਾਂ ਜਿੱਦਾਂ ਸੀਐਮ ਭਗਵੰਤ ਮਾਨ ਦੱਸ ਰਹੇ ਸੀ ਕਿ ਮਾਰਕੀਟ ਵੈਲਿਊ ਜੇ ਘੱਟ ਤੋਂ ਘੱਟ 10 ਲੱਖ ਰੁਪਏ ਵੀ ਆਪਾਂ ਕਿਲੋ ਨੂੰ ਕਹਿੰਦੇ ਆ ਤਾਂ ਵੀ 300 ਕਰੋੜ ਤੋਂ ਵੱਧ ਹੋ ਜਾਂਦੀ ਹੈ। ਤਾਂ ਤੁਸੀਂ ਦੇਖੋ ਕਿ ਇਹ ਨਿਊ ਚੰਡੀਗੜ੍ਹ ਔਰ ਬਿਲਕੁਲ ਇਹਦੇ ਨਾਲ ਹੀ ਲੱਗਦੀ ਇਹ ਜ਼ਮੀਨ ਪਿੰਡ ਦੀ, ਔਰ ਜਿਹਦੇ ਉੱਤੇ ਕਬਜ਼ਾ ਛੁਡਵਾਇਆ ਗਿਆ। ਔਰ ਤਸਵੀਰਾਂ ਮੈਂ ਤੁਹਾਨੂੰ ਦਿਖਾਦਾ, ਜਿਹੜੇ ਤੁਸੀਂ ਕੁਝ ਲੋਕ ਇਹ ਤਸਵੀਰ 'ਚ ਦੇਖ ਰਹੇ ਹੋਣੇ, ਮੈਂ ਕਹਾਂਗਾ ਥੋੜਾ ਜ਼ੂਮ ਕਰਕੇ ਦਿਖਾਓ। ਉਹ ਜਿਹੜੇ ਕੁਝ 4-5 ਜਿਹੜੇ ਲੋਕ ਤੁਹਾਨੂੰ ਦਿਖ ਰਹੇ ਤਸਵੀਰਾਂ 'ਚ, ਹਾਂ ਇਹ ਹੈਗੇ ਨੇ ਪੰਚਾਇਤ ਡਿਪਾਰਟਮੈਂਟ ਦੇ ਟੀਮ ਹੈ ਜਿਹੜੀ ਇਹ ਹੱਥ ਵਿੱਚ ਨਕਸ਼ਾ ਫੜਿਆ ਹੋਇਆ ਹੈ ਔਰ ਸਵੇਰ ਤੋਂ ਹੀ ਡਰਾਈਵ ਲਾਈ ਹੋਈ ਸੀ। ਖਾਲੀ ਜ਼ਿਕਰ 125 ਏਕੜ ਇਮਾਨ ਸਿੰਘ ਦੀ ਜ਼ਮੀਨਦਾਨੀ, ਗੁਰਪ੍ਰੀਤ ਕਾਂਗੜ ਦੇ ਰਿਸ਼ਤੇਦਾਰ ਜ਼ਮੀਨਦਾਨੀ 2828 ਏਕੜ। ਗੌਰਵ, ਬਹੁਤ ਵੱਡੀ ਇੱਕ ਕਹ ਲੋ ਰਕਬਾ ਹੁੰਦਾ ਹੈ 2828 ਏਕੜ। ਔਰ ਪੰਚਾਇਤ ਵਿਭਾਗ ਦੇ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਾਹੀਂ, ਇਹ ਉਹ ਪੰਚਾਇਤ ਵਿਭਾਗ ਦੇ ਕਰਮਚਾਰੀ ਨੇ ਜਿਹੜੇ ਇਸ ਡਰਾਈਵ 'ਚ ਸ਼ਾਮਿਲ ਨੇ। ਇਹਨਾਂ ਦੇ ਹੱਥ ਵਿੱਚ ਪ੍ਰੋਪਰ ਨਕਸ਼ਾ ਹੈ, ਕਿਉਂਕਿ ਜਦੋਂ ਸੀਐਮ ਭਗਵੰਤ ਮਾਨ ਪਹੁੰਚੇ ਔਰ ਪੂਰਾ ਜਾਇਜ਼ਾ ਲਿਆ, ਉਹਨਾਂ ਨੇ ਜਾਇਜ਼ਾ ਲਿਆ ਔਰ ਪੰਚਾਇਤ ਵਿਭਾਗ ਦੇ ਅਫਸਰਾਂ ਤੋਂ ਪੁੱਛਿਆ ਜ਼ਮੀਨ ਕਿਹੜੀ ਹੈ, ਕਿੰਨੇ ਰਕਬੇ ਦੀ ਹੈ ਔਰ ਕਿੱਥੇ ਜ਼ਮੀਨ, ਸਾਰਾ ਰਕਬਾ ਲਿਆ। ਤਾਂ ਇਹਨਾਂ ਦੇ ਹੱਥ ਵਿੱਚ ਵੀ ਨਕਸ਼ਾ ਸੀਗਾ ਔਰ ਇਸੇ ਨਕਸ਼ੇ ਨੂੰ ਹੀ ਉੱਥੇ ਰੱਖਿਆ ਗਿਆ ਸੀ, ਨਕਸ਼ੇ ਦੌਰਾਨ ਹੀ ਸਮਝਾਇਆ ਗਿਆ ਸੀਗਾ। ਤੁਸੀਂ ਤਸਵੀਰਾਂ ਫਿਰ ਤੁਹਾਨੂੰ ਦਿਖਾਵਾਂਗਾ। ਹੱਥ ਵਿੱਚ ਜਿਹੜੇ ਮੈਂ ਨਕਸ਼ੇ ਦਾ ਜ਼ਿਕਰ ਕਰ ਰਿਹਾ ਹੈ, ਇਹ ਪੰਚਾਇਤ ਵਿਭਾਗ ਦੇ ਜਿਹੜੇ ਕਰਮਚਾਰੀ ਨੇ ਇਹ ਹੱਥ ਵਿੱਚ ਨਕਸ਼ਾ ਫੜਿਆ ਹੋਇਆ ਇਹਨਾਂ ਨੇ। ਇਹ ਉਹ ਨਕਸ਼ਾ ਹੈ ਜਿਹੜੀ ਪੰਚਾਇਤ ਅੱਜ ਜ਼ਮੀਨ ਛੁਡਵਾਈ ਗਈ ਹੈ। ਇੱਕ ਵਾਰ ਜਿਹੜਾ ਮਾੜਾ ਜਿਹਾ ਨਕਸ਼ਾ ਜ਼ਰੂਰ ਦਿਖਾ ਦਿਓ ਦਰਸ਼ਕਾਂ, ਨਿਊਜ਼ 18 ਪੰਜਾਬ ਤੇ ਹੋ। ਇਹ ਉਹ ਨਕਸ਼ਾ ਹੈ ਗੌਰਵ, ਇਹ ਉਹ ਨਕਸ਼ਾ ਜਿਹਦੀ ਜ਼ਮੀਨ ਤੁਸੀਂ ਦੇਖੋਗੇ ਖਲਵਾ ਕੇ, ਔਰ ਕਿਉਂਕਿ ਅਫਸਰਾਂ ਨੂੰ ਪਤਾ ਹੈ ਵੀ ਕਿੱਦਾਂ ਕਿਹੜੀ ਜ਼ਮੀਨ ਕਿੱਥੇ ਛੁਡਵਾਈ ਗਈ ਸੀਗੀ, ਤਾਂ ਉਹ ਨਕਸ਼ੇ ਦੀ ਇਹ ਜੇ ਤੁਸੀਂ ਨਕਸ਼ਾ ਦੇਖੋਗੇ ਇੱਥੋਂ ਜੀ ਸ਼ੁਰੂ ਹੋਤਾ ਹੋਇਆ ਸੀ। ਕਿਹੜਾ ਜੀ? ਇੱਥੇ ਤੇ 874 ਨੰਬਰ ਤੋਂ ਸ਼ੁਰੂ ਹੋ ਜਾਂਦਾ। ਇਹ ਸਾਰਾ ਛੁਡਵਾਏਗਾ 2828। ਇਹ ਸਾਰਾ ਤੇ ਆ ਪਿਲੇ ਵਾਲਾ ਜਿਹੜੇ ਫਾਰਮ ਹਾਊਸ ਸੀਗੇ ਇਹ ਛੜਾਏ। ਜ਼ਰੂਰ ਸਮਝ ਚਾਹਾਂਗੇ ਤੁਹਾਡਾ ਇਹ ਪੰਚਾਇਤ ਵਿਭਾਗ ਦਾ, ਜਿਨ੍ਹਾਂ ਨੇ ਪੰਚਾਇਤ ਵਿਭਾਗ ਤੇ ਜਿਨ੍ਹਾਂ ਨੇ ਕਬਜ਼ਾ ਕੀਤਾ ਸੀ ਉਹਨਾਂ ਦੇ ਵਿੱਚ ਇਹ ਮਾਮਲਾ ਚੱਲਦਾ ਪਿਆ। ਹਾਂਜੀ ਜਿਨ੍ਹਾਂ ਤੇ ਆਪਣਾ ਕਬਜ਼ਾ ਕਰਿਆ ਉਦੋਂ ਅਪੀਲ ਕਰੀ ਸੀ ਤੇ 2010 ਤੋਂ ਕੇਸ ਚੱਲਦਾ ਸੀ। 2010 ਤੋਂ ਹਾਂਜੀ। ਇਹ ਪੂਰਾ ਨਕਸ਼ਾ ਹੈ ਗੌਰਵ ਦੇ ਕਿ ਇੱਥੋਂ ਛੁਡਵਾਈ ਗਈ ਜ਼ਮੀਨ 2010 ਤੋਂ ਇਹ ਕੇਸ ਚੱਲਦਾ ਸੀ ਔਰ ਮੇਰੇ ਖਿਆਲ ਇਹ ਹਾਈ ਕੋਰਟ ਵੀ ਸ਼ਾਇਦ ਕਹਿੰਦੇ ਗਏ ਸੀਗੇ। ਹਾਈ ਕੋਰਟ ਗਏ ਸੀ ਪਰ ਹਾਈ ਕੋਰਟ ਤੇ ਸਟੇ ਕੋਈ ਨਹੀਂ ਹੈਗੀ। ਹਾਂਜੀ। ਤੇ ਹੁਣ ਤੁਸੀਂ ਇੱਥੇ ਬੋਰਡ ਲਾਤਾ ਵੀ ਇਹ ਪੂਰੀ ਪੰਚਾਇਤ ਦੀ ਜ਼ਮੀਨ ਹੈ 2828 ਏਕੜ। ਅੱਛਾ, 2010 ਤੋਂ ਜਦੋਂ ਇਹ ਕੇਸ ਚੱਲਦਾ ਸੀ ਇੰਨਾ ਟਾਈਮ ਕਿਉਂ ਲੱਗਿਆ? ਤੁਹਾਨੂੰ ਲੱਗਦਾ ਕਿ ਪੁਰਾਣੀ ਕੁਝ ਰਹੀ? ਹਾਂ, ਇਹ ਮਤਲਬ ਇਹਨਾਂ ਦੇ ਜਿੰਨੇ ਵੀ ਹੈ ਤੇ ਕੋਰਟ ਦੀ ਆਪਣਾ ਕੁਝ ਕਰੋਨਾ ਕਰਕੇ ਕੁਝ 2-3 ਸਾਲ ਹਾਈ ਕੋਰਟ ਵੱਲੋਂ ਵੀ ਡਿਲੇ ਸਟੇ ਹੋਏ ਵੀ ਸੀ ਤੇ ਟਿਕ ਕੀਤੇ ਹਰੇ ਪੈਨ ਤੋਂ। ਹਰੇ ਪੈਨ ਇੱਕ ਵਾਰ ਫਿਰ ਤਸਵੀਰ ਦਿਖਾ ਦੋਗੇ ਹਰੇ ਪੈਨ ਤੋਂ ਜਿਹੜੇ ਟਿਕ ਕੀਤੇ ਹੋਏ ਗੌਰਵ, ਇਹ ਉਹ ਹੈ ਕਿ ਜਿਹੜੇ ਛੁਡਵਾਏ ਗਏ ਨੇ, ਯਾਨੀ ਕਿ ਇਹ ਹਰੇ ਪੈਨ ਤੋਂ ਤੁਸੀਂ ਜਿਹੜੇ ਟਿਕ ਦੇਖ ਰਹੇ ਹੋ ਨਾ, ਬਕਾਇਦਾ ਨਕਸ਼ਾ ਬਣਾਇਆ ਗਿਆ। ਇਹ ਫਾਰਮ ਹਾਊਸ ਹੈ, ਇਹ ਪੀਲਾ ਜਿਹੜਾ ਇਹ ਫਾਰਮ ਹਾਊਸ, ਇਹ ਕਿਹਦੇ ਫਾਰਮ ਹਾਊਸ ਸੀਗੇ? ਇਹ ਰੀਟਾ ਸ਼ਰਮਾ ਦਾ ਫਾਰਮ ਹਾਊਸ ਸੀ। ਅੱਛਾ ਜੀ। ਤੇ ਆ ਆਪਣਾ ਮਾਨ ਸਾਹਿਬ ਦਾ ਇਹ 878 ਨੰਬਰ। ਇਹ 125 ਕਿੰਨੀ ਏਕੜ ਸੀ? 125 ਏਕੜ। ਇਹ ਫੌਜਾ ਸਿੰਘ ਦਾ ਸੀ। ਇਹ 1100 ਏਕੜ। ਇਹ 1100 ਏਕੜ। ਇਹ ਕਿੱਥੇ ਦੇ ਆ ਫੌਜਾ ਸਿੰਘ? ਇਹ ਫੌਜਾ ਸਿੰਘ ਕੰਪਨੀ ਹੈ। ਅੱਛਾ, ਕੰਪਨੀ ਹਾਂ, ਪ੍ਰਾਈਵੇਟ ਲਿਮਟਿਡ ਕੰਪਨੀ ਹੈ। 1100 ਏਕੜ। ਇਹਦੀ 883। ਇਹ ਵੀ ਫੌਜਾ ਸਿੰਘ ਦੇ ਵਿੱਚ ਹੈ। ਅੱਛਾ, ਉਹਨਾਂ ਦੀ 1100 ਏਕੜ ਬਣਦਾ ਸੀ। ਅੱਛਾ, ਤੇ ਇਹ ਸੀਗੀ ਸਿਮਰਨਜੀਤ ਸਿੰਘ ਮਾਨ ਹੋਣਾ ਦੀ। ਤੁਸੀਂ ਦੇਖੋ ਤਸਵੀਰ ਰਹੀ 874 ਨੰਬਰ, ਇਹਨੂੰ ਰਕਬਾ ਨੰਬਰ ਕਹਿੰਦੇ ਨੇ ਕੀ ਰਹਿੰਦੇ? 874 125 ਏਕੜ ਸੀਗਾ। ਇਹ 874 76 ਦੇ ਜੀ। ਇਹ ਨਕਸ਼ਾ ਹੈ ਗੌਰਵ, ਔਰ ਬਕਾਇਦਾ ਟਿਕ ਜਿਹੜੇ ਦੇਖ ਰਹੇ ਹੋ ਫਾਰਮ ਹਾਊਸ ਪੀਲਾ, ਜਿਹੜੇ ਪੀਲੇ ਨੇ ਫਾਰਮ ਹਾਊਸ ਦੀ ਜ਼ਮੀਨਾਂ ਹੈ। ਇਸ ਕਰਕੇ ਟੋਟਲ 2828 ਏਕੜ ਜ਼ਮੀਨ ਜਿਹੜੀ ਹੈਗੀ ਹੈ ਗੌਰਵ, ਅਸੀਂ ਤੁਹਾਨੂੰ ਇਸ ਕਰਕੇ ਨਕਸ਼ੇ ਦੇ ਨਾਲ ਸਮਝਾਇਆ ਤਾਂ ਕਿ ਦਰਸ਼ਕਾਂ ਨੂੰ ਵੀ ਆਸਾਨੀ ਹੋਏ ਕਿ 2010 ਤੋਂ ਇਹ ਮਾਮਲਾ ਚੱਲਦਾ ਪਿਆ ਸੀ ਔਰ ਹੁਣ ਜਾ ਕੇ ਇਹ ਫਾਈਨਲੀ ਪੰਚਾਇਤ ਕੋਲੇ ਕਬਜ਼ਾ ਆਇਆ। ਹਾਲਾਂਕਿ ਕੁਝ ਪਿੰਡ ਵਾਸੀ ਇੱਥੇ ਖੜੇ ਵੀ ਸੀਗੇ, ਉਹ ਕਹਿ ਵੀ ਰਹੇ ਸੀਗੇ ਕਿ ਕੁਝ ਹਾਈ ਕੋਰਟ ਦਾ ਵੀ ਇਹ ਸਾਡੇ ਕੋਲ ਹੈਗਾ ਆਰਡਰ ਹੈਗਾ ਵੀ ਨਹੀਂ ਇਸ ਜ਼ਮੀਨ ਤੇ ਸਾਡਾ ਹੀ ਕਬਜ਼ਾ। ਲੇਕਿਨ ਕਿਉਂਕਿ ਜਦੋਂ ਖੁਦ ਪੂਰਾ ਡਿਪਾਰਟਮੈਂਟ ਖੁਦ ਸੀਐਮ ਇੱਥੇ ਆ ਕੇ ਗੱਲ ਕਹਿੰਦੇ ਨੇ ਤਾਂ ਇੱਕ ਜ਼ਿਆਦਾ ਵਜ਼ਨ ਵੱਧਦਾ ਹੈ। ਔਰ ਇੱਕ ਗੱਲ ਹੋਰ ਮੈਂ ਇੱਥੇ ਜ਼ਿਕਰ ਕਰਦਾ ਗੌਰਵ
ਕਿ ਜਿਹੜੀ ਇਹ ਜ਼ਮੀਨ ਦੀ ਅਸੀਂ ਤਸਵੀਰਾਂ ਦੇਖ ਰਹੇ ਹਾਂ ਕੁਝ ਇਹ ਬਿਲਕੁਲ ਇਸ ਕਰਕੇ ਮੈਂ ਜਦੋਂ ਬਾਰ-ਬਾਰ ਜ਼ਿਕਰ ਕਰ ਰਿਹਾ ਜੀ। ਕਿ ਇਹਦੀ ਜੇ ਮਾਰਕੀਟ ਵੈਲਿਊ ਦੀ ਆਪਾਂ ਗੱਲ ਕਰੀਏ ਕਿ ਕਾਫੀ ਜੀ। ਮਹਿੰਗੀ ਜ਼ਮੀਨ ਹੈ ਔਰ ਜਿੱਦਾਂ ਤੇ ਨਕਸ਼ੇ ਵਿੱਚ ਤੁਸੀਂ ਦੇਖਿਆ ਹੋ ਪੀਲੇ ਕਲਰ ਦਾ ਯਾਨੀ ਕਿ 1100 ਏਕੜ ਇੱਕ ਕੋਈ ਫੌਜਾ ਸਿੰਘ ਜਿਹੜੇ ਨੇ ਉਹਨਾਂ ਨੇ ਦੱਬੀ ਹੋਈ ਸੀ 1100 ਏਕੜ ਫਾਰਮ ਹਾਊਸ ਲੋਕਾਂ ਨੇ ਬਣਾਏ ਹੋਏ ਸੀਗੇ ਜ਼ਮੀਨ ਦੇਖੋ ਤੁਸੀਂ ਇਹ ਪ੍ਰੋਪਰ ਪਹਿਲਾਂ ਰਸਤਾ ਬਣਾਇਆ ਗਿਆ ਕਿਉਂਕਿ ਸੀਐਮ ਔਰ ਠੀਕ ਹੈ। ਬਾਕੀ ਗੱਡੀਆਂ ਪਹਿਲੀ ਵਾਰ ਇਸ ਇਲਾਕੇ 'ਚ ਜਾਂ ਏਦਾਂ ਜੰਗਲ 'ਚ ਕਿੱਥੇ ਜਾ ਕੇ ਕੋਈ ਸੂਬੇ ਦਾ ਸੀਐਮ ਪਹੁੰਚਾ ਹੋਣਾ ਜੀ ਬਿਲਕੁਲ over to you, ਬਿਲਕੁਲ ਗੌਰਵ। ਬਿਲਕੁਲ ਤਾਂ ਐਕਸਕਲੂਸਿਵ ਤਸਵੀਰਾਂ ਪੂਰਾ ਨਕਸ਼ਾ ਵੀ ਨਿਊਜ਼ 18 ਪੰਜਾਬ ਦੇ ਉੱਤੇ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਉਸ ਪੂਰੇ ਨਕਸ਼ੇ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਗਏ ਸਨ ਜੋ ਇਲਜ਼ਾਮ ਨੇ ਤੇ ਹੁਣ ਉਹਨਾਂ ਤੋਂ ਨਜਾਇਜ਼ ਕਬਜ਼ਾ ਜਿਨ੍ਹਾਂ ਨੇ ਕੀਤਾ ਹੋਇਆ ਸੀ ਜ਼ਮੀਨਾਂ ਛੁਡਵਾ ਲਈਆਂ ਗਈਆਂ ਨੇ। ਉਮੇਸ਼ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਵੱਡੀ ਖਬਰ ਦੇ ਉੱਤੇ ਲਗਾਤਾਰ ਬਣੇ ਹੋਏ।